22 ਅਗਸਤ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 22 ਅਗਸਤ ਦੇ ਇਤਿਹਾਸ ਬਾਰੇ। 22 ਅਗਸਤ 2017 ਨੂੰ ਸੁਪਰੀਮ ਕੋਰਟ ਨੇ 3 ਤਲਾਕ ਨੂੰ ਗੈਰ ਸੰਵਿਧਾਨਿਕ ਕਰਾਰ ਦਿੱਤਾ ਸੀ। ਇਸ ਇਤਿਹਾਸਕ ਫੈਸਲੇ ਨੇ ਭਾਰਤ ਵਿੱਚ ਮੁਸਲਿਮ ਭਾਈਚਾਰੇ ਵਿੱਚ 3 ਤਲਾਕ ਦੀ ਬੁਰੀ ਪ੍ਰਥਾ ਨੂੰ ਖਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। 5 ਜੱਜਾਂ ਦੇ ਬੈਂਚ ਨੇ 2 ਮੁਕਾਬਲੇ 3 ਮਤੇ ਵਿੱਚ ਇਹ ਫੈਸਲਾ ਦਿੱਤਾ ਸੀ। ਸੁਪਰੀਮ ਕੋਰਟ ਨੇ ਇਸ ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ 14 ਅਤੇ 21 ਦੀ ਉਲੰਘਣਾ ਦੱਸਿਆ, ਜੋ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਦਿੰਦੀ ਹੈ। ਤੁਹਾਨੂੰ ਦੱਸਦੀ ਕਿ 30 ਜੁਲਾਈ 2019 ਨੂੰ ਭਾਰਤੀ ਸੰਸਦ ਨੇ 3 ਤਲਾਕ ਬਿੱਲ ਨੂੰ ਪਾਸ ਕਰ ਦਿੱਤਾ ਸੀ। ਇਸ ਬਿੱਲ ਦੇ ਪਾਸ ਹੋਣ ਅਤੇ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਕਾਨੂੰਨ ਬਣ ਗਿਆ। ਇਸ ਕਾਨੂੰਨ ਦੇ ਤਹਿਤ ਜ਼ੁਬਾਨੀ, ਲਿਖਤੀ, ਈਮੇਲ ਜਾਂ SMS ਵਰਗੇ ਇਲੈਕਟ੍ਰੋਨਿਕ ਸਾਧਨਾਂ ਰਾਹੀਂ ਕਿਸੇ ਵੀ ਰੂਪ ਵਿੱਚ 3 ਤਲਾਕ ਦੇਣ ਦੀ ਪ੍ਰਥਾ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਸੀ। 3 ਤਲਾਕ ਦੇਣ ਵਾਲੇ ਪਤੀ ਨੂੰ 3 ਸਾਲ ਤੱਕ ਦੀ ਕੈਦ ਅਤੇ ਜੁਰਮਾਨੇ ਦੀ ਵਿਵਸਥਾ ਹੈ। ਇਸ ਕਾਨੂੰਨ ਤਹਿਤ ਪੀੜਤ ਔਰਤ ਨੂੰ ਆਪਣੇ ਅਤੇ ਆਪਣੇ ਬੱਚਿਆਂ ਦੇ ਗੁਜ਼ਾਰੇ ਦੀ ਮੰਗ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਪੀੜਤਾ ਨੂੰ ਉਸ ਦੇ ਨਾਬਾਲਗ ਬੱਚਾ ਦੀ ਸਰਪ੍ਰਸਤੀ ਦਾ ਅਧਿਕਾਰ ਵੀ ਦਿੱਤਾ ਗਿਆ ਹੈ। ਜੇਕਰ ਕੋਈ ਪਤੀ ਆਪਣੀ ਪਤਨੀ ਨੂੰ 3 ਤਲਾਕ ਦਿੰਦਾ ਹੈ ਤਾਂ ਪੀੜਤ ਜਾਂ ਉਸ ਦਾ ਰਿਸ਼ਤੇਦਾਰ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕਰ ਸਕਦਾ ਹੈ, ਜਿਸ ਤੋਂ ਬਾਅਦ ਗ੍ਰਿਫਤਾਰ ਪਤੀ ਨੂੰ ਮੈਜਿਸਟ੍ਰੇਟ ਵੱਲੋਂ ਜ਼ਮਾਨਤ ਦਿੱਤੀ ਜਾ ਸਕਦੀ ਹੈ, ਪਰ ਪੀੜਤਾ ਦੀ ਸੁਣਵਾਈ ਕੀਤੇ ਬਿਨਾਂ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। 22 ਅਗਸਤ 1921 ਨੂੰ ਗਾਂਧੀ ਨੇ ਵਿਦੇਸ਼ੀ ਕੱਪੜਿਆਂ ਨੂੰ ਸਾੜ ਕੇ ਹੋਲੀ ਮਨਾਈ ਸੀ ਅਤੇ ਸਵਦੇਸ਼ੀ ਦਾ ਨਾਅਰਾ ਲਗਾਇਆ ਸੀ। ਇਸ ਸਮਾਗਮ ਸਵਦੇਸ਼ੀ ਲਹਿਰ ਤਹਿਤ ਅੰਗਰੇਜ਼ ਹਕੂਮਤ ਖਿਲਾਫ ਤਰਕਾਤਮਕ ਵਿਰੋਧ ਸੀ। ਗਾਂਧੀ ਦੇ ਸੱਦੇ ਦੇ ਭਾਰਤ ਦੇ ਕਰੋੜਾਂ ਲੋਕਾਂ ਨੇ ਵਿਦੇਸ਼ੀ ਕੱਪੜਿਆਂ ਦਾ ਬਾਈਕਾਟ ਕੀਤਾ ਅਤੇ ਖਾਦੀ ਦੇ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ। ਇਹ ਅੰਗਰੇਜ਼ਾਂ ਖਿਲਾਫ ਇੱਕ ਵੱਖਰੀ ਕਿਸਮ ਦੇ ਵਿਰੋਧ ਦੀ ਸ਼ੁਰੂਆਤ ਸੀ। ਕਿਹਾ ਜਾਂਦਾ ਹੈ ਕਿ ਸਵਦੇਸ਼ੀ ਅੰਦੋਲਨ 20ਵੀਂ ਸਦੀ ਦੇ ਸ਼ੁਰੂ ਵਿੱਚ ਬ੍ਰਿਟਿਸ਼ ਸ਼ਾਸਨ ਦੇ ਖਿਲਾਫ ਅਤੇ ਭਾਰਤੀ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਇਸ ਅੰਦੋਲਨ ਦਾ ਮਕਸਦ ਭਾਰਤੀ ਬਾਜ਼ਾਰ ਵਿੱਚ ਵਿਦੇਸ਼ੀ ਟੈਕਸਟਾਈਲ ਅਤੇ ਉਤਪਾਦਾਂ ਦੀ ਥਾਂ ਦੇਸੀ ਟੈਕਸਟਾਈਲ ਅਤੇ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਸੀ। ਇਸ ਅੰਦੋਲਨ ਨੇ ਦੇਸ਼ ਭਰ ਵਿੱਚ ਦੇਸੀ ਟੈਕਸਟਾਈਲ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕੀਤੀ ਅਤੇ ਬ੍ਰਿਟਿਸ਼ ਵਸਤੂਆਂ ਦੀ ਵਿਕਰੀ ਵਿੱਚ ਗਿਰਾਵਟ ਨੂੰ ਪੂਰਾ ਕੀਤਾ ਸੀ। 22 ਅਗਸਤ 1818 ਨੂੰ ਵੌਨ ਹੈਸਟਿੰਗਸ ਦੀ ਬਰਤਾਨੀਆ ਵਿੱਚ ਮੌਤ ਹੋ ਗਈ ਸੀ। ਵੌਨ ਹੈਸਟਿੰਗਸ ਭਾਰਤ ਦੇ ਪਹਿਲੇ ਵਾਸਤਵਿਕ ਗਵਰਨਰ ਜਨਰਲ ਸਨ। ਉਹ ਬੰਗਾਲ ਦੇ ਪਹਿਲੇ ਗਵਰਨਰ ਅਤੇ ਬੰਗਾਲ ਸੁਪਰੀਮ ਕੌਂਸਲ ਦੇ ਪ੍ਰਧਾਨ ਵੀ ਸਨ। ਹੈਸਟਿੰਗਸ ਰਾਬਰਟ ਕਲਾਈਵ ਦੇ ਨਾਲ ਭਾਰਤ ਵਿੱਚ ਬ੍ਰਿਟਿਸ਼ ਸਾਮਰਾਜ ਦੀ ਨੀਂਹ ਰੱਖਣ ਦਾ ਸਿਹਰਾ ਦਿੱਤਾ ਜਾਂਦਾ ਹੈ। ਵੌਨ ਹੈਸਟਿੰਗਸ ਦਾ ਜਨਮ 6 ਦਸੰਬਰ 1732 ਨੂੰ ਇੰਗਲੈਂਡ ਵਿੱਚ ਹੋਇਆ ਸੀ। ਹੈਸਟਿੰਗਸ ਨੇ 1750 ਦੇ ਦਹਾਕੇ ਵਿੱਚ ਭਾਰਤ ਵਿੱਚ ਆਪਣੀ ਸੇਵਾਵਾਂ ਸ਼ੁਰੂ ਕੀਤੀਆਂ। ਉਹਨਾਂ ਨੇ ਈਸਟ ਇੰਡੀਆ ਕੰਪਨੀ ਦੇ ਮਾਮਲੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਕੰਪਨੀ ਦੇ ਵਿਸਥਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਵੌਨ ਹੈਸਟਿੰਗਸ ਨੂੰ ਬ੍ਰਿਟਿਸ਼ ਬਸਤੀਵਾਦੀ ਇਤਿਹਾਸ ਵਿੱਚ ਸਭ ਤੋਂ ਵਿਵਾਦਪੂਰਨ ਸ਼ਖਸੀਅਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹਨਾਂ ਦੇ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਵਧੇਰੇ ਵਿਵਾਦਪੂਰਨ ਕਾਰਵਾਈਆਂ ਵਿੱਚ ਇੱਕ ਨਵੀਂ ਭੂਮੀ ਮਾਲੀਆ ਪ੍ਰਣਾਲੀ ਦੀ ਸਿਰਜਣਾ, ਇੱਕ ਸਵਦੇਸ਼ੀ ਫੌਜ ਦਾ ਵਿਕਾਸ ਅਤੇ ਪੂਰੇ ਦੇਸ਼ ਵਿੱਚ ਅੰਗਰੇਜ਼ੀ ਕਾਨੂੰਨ ਨੂੰ ਲਾਗੂ ਕਰਨਾ ਸ਼ਾਮਿਲ ਸੀ। ਹੈਸਟਿੰਗਸ ਨੂੰ ਭਾਰਤ ਦੇ ਅੰਦਰੋਂ ਵੀ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਖਾਸ ਕਰਕੇ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਤੋਂ। ਪਰ ਅਖੀਰ 'ਚ ਹੈਸਟਿੰਗਸ ਨੂੰ ਆਖਿਰਕਾਰ ਭ੍ਰਿਸ਼ਟਾਚਾਰ ਅਤੇ ਦੁਰਵਿਹਾਰ ਦੇ ਦੋਸ਼ਾਂ ਦੇ ਵਿਚਕਾਰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਹਰਿਸ਼ੰਕਰ ਪ੍ਰਸਾਦ ਦਾ ਜਨਮ 22 ਅਗਸਤ 1924 ਨੂੰ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਵਿੱਚ ਹੋਇਆ ਸੀ। ਹਰਿਸ਼ੰਕਰ ਪ੍ਰਸਾਦ ਹਿੰਦੀ ਦੇ ਪ੍ਰਸਿੱਧ ਲੇਖਕ ਅਤੇ ਵਿਅੰਗਕਾਰ ਸਨ। ਉਹ ਹਿੰਦੀ ਦੇ ਪਹਿਲੇ ਲੇਖਕ ਸਨ ਜਿਨ੍ਹਾਂ ਨੇ ਵਿਅੰਗ ਨੂੰ ਵਿਧਾ ਦਾ ਦਰਜਾ ਦਿੱਤਾ। 22 ਅਗਸਤ 1924 ਨੂੰ ਜਨਮੇ ਹਰਿਸ਼ੰਕਰ ਪ੍ਰਸਾਦ ਨੇ ਆਪਣੀ ਲੇਖਣੀ ਦੀ ਸ਼ੁਰੂਆਤ ਕਹਾਣੀ ਨਾਲ ਕੀਤੀ ਸੀ, ਪਰ ਉਹਨਾਂ ਦੀ ਪਛਾਣ ਮੁੱਖ ਤੌਰ ਤੇ ਉਹਨਾਂ ਦੇ ਵਿਅੰਗ ਲਿਖਣੀ ਕਾਰਨ ਹੋਈ। ਉਹਨਾਂ ਨੇ ਬਹੁਤ ਸਾਰੇ ਨਾਵਲ, ਕਹਾਣੀਆਂ, ਲੇਖ ਅਤੇ ਵਿਅੰਗ ਲਿਖੇ। ਸਮਾਜ ਦੀ ਵਿਭਿੰਨ ਸਮੱਸਿਆਵਾਂ ਨੂੰ ਉਹਨਾਂ ਦੀਆਂ ਰਚਨਾਵਾਂ ਵਿੱਚ ਵਿਅੰਗ ਅਤੇ ਹਾਸ ਰਸਾਈ ਉਜਾਗਰ ਕੀਤਾ ਗਿਆ ਸੀ। ਪ੍ਰਸਾਦ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ ਵਿਕਲਾਂਗ ਸ਼ਰਧਾ ਕਾ ਦੌਰ, ਤਬ ਕੀ ਬਾਤ ਔਰ ਥੀ ਅਤੇ ਨਿਠੱਲੇ ਕੀ ਡਾਇਰੀ ਸ਼ਾਮਿਲ ਹਨ। ਉਹਨਾਂ ਦੀ ਲੇਖਣੀ ਵਿੱਚ ਸਰਲ ਭਾਸ਼ਾ ਅਤੇ ਸਰਲ ਸ਼ੈਲੀ ਦੀ ਵਰਤੋਂ ਕੀਤੀ ਗਈ ਸੀ, ਜਿਸ ਨਾਲ ਪਾਠਕਾਂ ਲਈ ਗੰਭੀਰ ਸਮੱਸਿਆਵਾਂ ਨੂੰ ਸਮਝਣਾ ਆਸਾਨ ਹੋ ਗਿਆ ਸੀ। ਪ੍ਰਸਾਦ ਨੂੰ ਉਹਨਾਂ ਦੇ ਸਾਹਿਤਕ ਯੋਗਦਾਨ ਲਈ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੂੰ 1982 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। 22 ਅਗਸਤ 1639 ਨੂੰ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੀ ਸਥਾਪਨਾ ਹੋਈ ਸੀ। ਇਹ ਸ਼ਹਿਰ ਪਹਿਲਾਂ ਮਦਰਾਸ ਵਜੋਂ ਜਾਣਿਆ ਜਾਂਦਾ ਸੀ, ਜਿਸ ਨੂੰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੁਆਰਾ ਇੱਕ ਮਹੱਤਵਪੂਰਨ ਵਪਾਰਕ ਅਤੇ ਪ੍ਰਸ਼ਾਸਨਿਕ ਕੇਂਦਰ ਵਜੋਂ ਸਥਾਪਿਤ ਕੀਤਾ ਗਿਆ ਸੀ। ਕਿਹਾ ਜਾਂਦਾ ਹੈ ਕਿ 22 ਅਗਸਤ 1639 ਨੂੰ ਈਸਟ ਇੰਡੀਆ ਕੰਪਨੀ ਦੇ ਫ੍ਰਾਂਸਿਸ ਡੇ ਨੇ ਵਿਜੇਨਗਰ ਦੇ ਰਾਜਾ ਵੈਂਕਟ ਰਾਏ ਤੋਂ ਕੋਰੋਮੰਡਲ ਤੱਟ ਦੇ ਨੇੜੇ ਲਗਭਗ 3 ਕਿਲੋਮੀਟਰ ਜ਼ਮੀਨ ਲੀਜ਼ ਤੇ ਲਈ ਸੀ। ਇਸੇ ਥਾਂ ਤੇ ਅੰਗਰੇਜ਼ਾਂ ਨੇ ਸੈਂਟ ਜਾਰਜ ਫੋਰਟ ਬਣਵਾਇਆ ਸੀ, ਜੋ ਇਸ ਸਮੇਂ ਤਾਮਿਲਨਾਡੂ ਦੀ ਵਿਧਾਨ ਸਭਾ ਦੀ ਇਮਾਰਤ ਹੈ। ਇਸ ਨੂੰ ਭਾਰਤ ਵਿੱਚ ਅੰਗਰੇਜ਼ਾਂ ਦੁਆਰਾ ਬਣਾਇਆ ਗਿਆ ਪਹਿਲਾ ਕਿਲਾ ਵੀ ਕਿਹਾ ਜਾਂਦਾ ਹੈ। ਉਸ ਸਮੇਂ ਮਦਰਾਸ ਵਿੱਚ ਕਪਾਹ ਬਣਾਈ ਦਾ ਕੰਮ ਬਹੁਤ ਹੁੰਦਾ ਸੀ। ਅੰਗਰੇਜ਼ਾਂ ਨੇ ਇਸ ਕਿਲੇ ਦੇ ਆਲੇ ਦੁਆਲੇ ਸਥਾਨਕ ਬੁਨਕਰਾਂ ਨੂੰ ਵਸਾਉਣ ਦਾ ਕੰਮ ਸ਼ੁਰੂ ਕੀਤਾ। 1801 ਤੱਕ ਮਦਰਾਸ ਬ੍ਰਿਟਿਸ਼ ਦੀ ਆਰਥਿਕ ਅਤੇ ਪ੍ਰਸ਼ਾਸਨਿਕ ਰਾਜਧਾਨੀ ਬਣ ਗਿਆ ਸੀ। 17 ਜੁਲਾਈ 1996 ਨੂੰ ਮਦਰਾਸ ਦਾ ਨਾਂ ਬਦਲ ਕੇ ਚੇਨਈ ਰੱਖਿਆ ਗਿਆ।
ਫਿਰ 1612 ਵਿੱਚ ਡੱਚ ਇੱਥੇ ਆਏ ਅਤੇ ਚੇਨਈ ਦੇ ਉੱਤਰ ਵਿੱਚ ਪੁਲੀਕਟ ਵਿੱਚ ਆਪਣਾ ਅੱਡਾ ਸਥਾਪਿਤ ਕੀਤਾ। ਡੱਚਾਂ ਤੋਂ ਬਾਅਦ ਈਸਟ ਇੰਡੀਆ ਕੰਪਨੀ ਨੇ 1639 ਵਿੱਚ ਮਦਰਾਸ ਨੂੰ ਆਪਣੀ ਆਰਥਿਕ ਅਤੇ ਪ੍ਰਸ਼ਾਸਨ ਰਾਜਧਾਨੀ ਬਣਾਈ। 22 ਅਗਸਤ 1932 ਨੂੰ BBC ਨੇ ਪਹਿਲੀ ਵਾਰ ਇੱਕ ਪ੍ਰਯੋਗਾਤਮਕ ਟੀਵੀ ਪ੍ਰੋਗਰਾਮ ਪ੍ਰਸਾਰਿਤ ਕੀਤਾ ਸੀ। ਇਸ ਪੂਰੇ ਸਿਸਟਮ ਨੂੰ ਇਲੈਕਟ੍ਰੀਕਲ ਇੰਜੀਨੀਅਰ ਜੌਨ ਲੇਗੀ ਬੇਅਟ ਨੇ ਡਿਜ਼ਾਈਨ ਕੀਤਾ ਸੀ। ਤੁਹਾਨੂੰ ਦੱਸ ਦਈਏ ਕਿ BBC ਬ੍ਰਿਟੇਨ ਦੀ ਸਭ ਤੋਂ ਪੁਰਾਣੀ ਅਤੇ ਪ੍ਰਮੁੱਖ ਜਨਤਕ ਪ੍ਰਸਾਰਣ ਕੰਪਨੀ ਹੈ। ਇਸ ਦੀ ਸਥਾਪਨਾ 1922 ਵਿੱਚ ਕੀਤੀ ਗਈ ਸੀ। ਰੇਡੀਓ ਪ੍ਰਸਾਰਣ ਵਿੱਚ ਆਪਣੀ ਸਫਲਤਾ ਤੋਂ ਬਾਅਦ BBC ਨੇ ਟੈਲੀਵਿਜ਼ਨ ਪ੍ਰਸਾਰਣ ਵਿੱਚ ਵੀ ਜਾਣ ਦਾ ਫੈਸਲਾ ਕੀਤਾ ਸੀ। 1930 ਦੇ ਦਹਾਕੇ ਦੇ ਸ਼ੁਰੂ ਵਿੱਚ ਟੈਲੀਵਿਜ਼ਨ ਪ੍ਰਸਾਰਣ ਟੈਕਨੋਲੋਜੀ ਵਿੱਚ ਬਹੁਤ ਪ੍ਰਯੋਗਾਤਮਕ ਗਤੀਵਿਧੀ ਹੋ ਰਹੀ ਸੀ, ਜਿਨ੍ਹਾਂ ਵਿੱਚੋਂ ਇੱਕ BBC ਦਾ ਇੱਕ ਪ੍ਰਯੋਗਾਤਮਕ ਟੀਵੀ ਪ੍ਰੋਗਰਾਮ ਸੀ। ਇਸ ਪ੍ਰੋਗਰਾਮ ਵਿੱਚ ਬੇਅਟ ਨੇ BBC ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਹੁਣ ਤੱਕ ਦਾ ਸਭ ਤੋਂ ਵਧੀਆ ਟੀਵੀ ਪ੍ਰਸਾਰਣ ਸੀ। ਹਾਲਾਂਕਿ BBC ਨੇ ਜਲਦ ਹੀ ਬੇਅਟ ਦੇ ਪ੍ਰਸਾਰਣ ਪ੍ਰਣਾਲੀ ਦੀ ਵਰਤੋਂ ਨੂੰ ਬੰਦ ਕਰ ਦਿੱਤਾ। 22 ਅਗਸਤ 1864 ਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਵਿੱਚ ਪਹਿਲੀ ਵਾਰ ਜਨੇਵਾ ਕਾਨਫਰੰਸ ਮੀਟਿੰਗ ਹੋਈ ਸੀ। ਇਹ ਕਾਨਫਰੰਸ ਯੁੱਧ ਦੌਰਾਨ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਵਾਲੇ ਕਰਮਚਾਰੀਆਂ ਅਤੇ ਜ਼ਖਮੀ ਸੈਨਿਕਾਂ ਦੀ ਸੁਰੱਖਿਆ ਲਈ ਇੱਕ ਅੰਤਰਰਾਸ਼ਟਰੀ ਸਮਝੌਤੇ ਨੂੰ ਮਨਜ਼ੂਰੀ ਦੇਣ ਲਈ ਆਯੋਜਿਤ ਕੀਤੀ ਗਈ ਸੀ। ਕਿਹਾ ਜਾਂਦਾ ਹੈ ਕਿ 19ਵੀਂ ਸਦੀ ਦੇ ਸ਼ੁਰੂ ਵਿੱਚ ਦੁਨੀਆ ਵਿੱਚ ਵੱਡੇ ਪੱਧਰ ਤੇ ਜੰਗਾਂ ਹੋਈਆਂ ਸਨ। ਇਸ ਦੌਰਾਨ ਲੱਖਾਂ ਲੋਕ ਮਾਰੇ ਗਏ। ਇਸ ਦੇ ਨਾਲ ਹੀ ਸੈਨਿਕਾਂ ਨੂੰ ਸਹੀ ਮੈਡੀਕਲ ਸਹੂਲਤਾਂ ਨਹੀਂ ਮਿਲਦੀਆਂ ਸਨ। ਇਸ ਲਈ ਕਾਰਕੁਨ ਹੈਨਰੀ ਡੂਨਟ ਨੇ ਇਸ ਮੁੱਦੇ ਵੱਲ ਧਿਆਨ ਖਿੱਚਿਆ ਅਤੇ 22 ਅਗਸਤ 1864 ਨੂੰ ਜੰਗ ਦੇ ਮੈਦਾਨ ਵਿੱਚ ਜ਼ਖਮੀ ਹੋਏ ਸੈਨਿਕਾਂ ਦੀ ਸਥਿਤੀ ਵਿੱਚ ਸੁਧਾਰ ਲਈ 12 ਦੇਸ਼ਾਂ ਵਿਚਕਾਰ ਜਨੇਵਾ ਦੇ ਇੱਕ ਹੋਟਲ ਵਿੱਚ ਇੱਕ ਸੰਧੀ ਤੇ ਦਸਤਖਤ ਕੀਤੇ ਗਏ। ਇਸ ਦੇ ਨਾਲ ਹੀ 22 ਅਗਸਤ 1864 ਨੂੰ ਅਧਿਕਾਰਤ ਤੌਰ ਤੇ ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਦੀ ਸਥਾਪਨਾ ਕੀਤੀ ਗਈ ਸੀ। ਇਸ ਦੇ ਚਿੱਟੇ ਰੰਗ ਦੇ ਝੰਡੇ ਤੇ ਲਾਲ ਕਰਾਸ ਬਣਿਆ ਹੋਇਆ ਸੀ। ਇਹ ਝੰਡਾ ਯੁੱਧ ਦੌਰਾਨ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਵਾਲਿਆਂ ਦੁਆਰਾ ਵਰਤਿਆ ਜਾਂਦਾ ਹੈ। ਜੰਗ ਦੇ ਮੈਦਾਨ ਵਿੱਚ ਕਿਤੇ ਵੀ ਇਸ ਝੰਡੇ ਨੂੰ ਦੇਖ ਕੇ ਦੁਸ਼ਮਣ ਦੇਸ਼ ਸੋਚਦਾ ਹੈ ਕਿ ਉੱਥੇ ਕੋਈ ਮੈਡੀਕਲ ਕੈਂਪ ਹੈ। ਆਪਣੀ ਸ਼ੁਰੂਆਤ ਤੋਂ ਲੈ ਕੇ ਰੈੱਡ ਕਰਾਸ ਨੇ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਲੜਾਈ ਤੇ ਜ਼ਖਮੀਆਂ, ਨਾਗਰਿਕਾਂ ਅਤੇ ਜੰਗੀ ਕੈਦੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ।